ਸੁਣੀਏ ਈਸ਼ਰ ਬ੍ਰਹਮਾ ਇੰਦਰ। ਕੱਲ ਦੇ ਦੀਵਾਨ ਦੇ ਵਿੱਚ ਬੇਨਤੀ ਕਰਕੇ ਆਏ ਸੀ ਕਿ ਸੁਣਨਾ ਬਹੁਤ ਔਖਾ ਹੈ, ਤੇ ਜੇਕਰ ਔਖੇ ਸੌਖੇ ਹੋ ਕੇ ਕਿਸੇ ਦੀ ਗੱਲ ਨੂੰ ਸੁਣ ਵੀ ਲਈਏ ਤਾਂ ਫਿਰ ਉਸ ਨੂੰ ਮੰਨਣਾ, ਆਪਣੇ ਮਨ ਦੇ ਅੰਦਰ ਟਿਕਾਣਾ ਉਦੋਂ ਤੋਂ ਵੀ ਬਹੁਤ ਔਖਾ ਹੈ। ਜਿੱਥੇ ਮਹਾਰਾਜ ਜੀ ਨੇ ਜਪ ਗੁਰਬਾਣੀ ਦੇ ਵਿੱਚ ਹੀ ਕਿਹਾ ਸੀ, ਜੇ ਕੋ ਮਨ ਜਾਣੈ ਮਨ ਕੋਇ, ਉੱਥੇ ਮਨ ਲਫ਼ਜ਼ ਦੋ ਵਾਰ ਹੈ। ਇੱਕ ਮਨ ਦਾ ਅਰਥ ਹੈ ਇਹ ਜਿਹੜਾ ਮੇਰਾ ਆਪਣਾ ਮਨ ਹੈ, ਤੇ ਇੱਕ ਮਨ ਦਾ ਅਰਥ ਹੈ ਕਿਸੇ ਦੀ ਗੱਲ ਨੂੰ ਮੰਨ ਲੈਣਾ, ਭਾਵ ਗੱਲ ਨੂੰ ਮੰਨ ਕੇ ਮਨ ਦੇ ਅੰਦਰ ਟਿਕਾ ਲੈਣਾ। ਹੁਣ ਮਹਾਰਾਜ ਕਹਿੰਦੇ ਜਦੋਂ ਉਸ ਪਰਮਾਤਮਾ ਦੇ ਨਾਮ ਨੂੰ ਸੁਣਿਆ ਜਾਏਗਾ, ਉਹਦੀ ਵਿਚਾਰ ਨੂੰ ਪੜ੍ਹਿਆ ਜਾਏਗਾ, ਈਸ਼ਰ ਬ੍ਰਹਮਾ ਇੰਦਰ, ਇਹ ਜਿਹੜੇ ਤਿੰਨ ਦੇਵਤੇ ਪ੍ਰਚਲਿਤ ਨੇ, ਸ਼ਿਵ ਜੀ, ਬ੍ਰਹਮਾ ਜੀ ਅਤੇ ਵਿਸ਼ਨੂੰ ਜੀ, ਇਸ ਦੁਨੀਆ ਦੇ ਵਿੱਚ ਜਦੋਂ ਵਿਚਰਦੇ ਹਾਂ ਜ਼ਿਆਦਾਤਰ ਦੇਵੀ ਦੇਵਤਿਆਂ ਦੇ ਵਿੱਚੋਂ ਇਹਨਾਂ ਦਾ ਜ਼ਿਕਰ ਮਿਲਦਾ ਹੈ। ਮਹਾਰਾਜ ਕਹਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਉਪਰੰਤ ਇਹਨਾਂ ਦੀ ਸੱਚਾਈ, ਭਾਵ ਇਨਸਾਨ ਇਹਨਾਂ ਦੀ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ, ਉਸ ਪਦਵੀ ਤੱਕ ਅਪੜ ਸਕਦਾ ਹੈ ਜਿਸ ਪਦਵੀ ਤੱਕ ਇਹ ਹਨ। ਹੁਣ ਇਹ ਵੀ ਸੋਚਣਾ ਪਏਗਾ ਕਿ ਅਸਲ ਦੇ ਵਿੱਚ ਇਸ ਸਿੱਖ ਦਾ ਗੁਰੂ ਕੌਣ ਹੈ। ਜਿੱਥੇ ਮਹਾਰਾਜ ਜੀ ਨੇ ਆਖਿਆ ਸੀ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ, ਇਹ ਦੁਨੀਆ ਦੀ ਵਿਚਾਰ ਸੀ ਕਿ ਸਾਡੇ ਲਈ ਸ਼ਿਵ ਜੀ ਗੁਰੂ ਹੈ, ਸਾਡੇ ਲਈ ਬ੍ਰਹਮਾ ਗੁਰੂ ਨੇ, ਸਾਡੇ ਲਈ ਇੰਦਰ ਦੇਵਤਾ, ਵਿਸ਼ਨੂੰ, ਪਾਰਬਤੀ ਮਾਂ ਗੁਰੂ ਹੈ। ਪਰ ਮਹਾਰਾਜ ਜੀ ਨੇ ਆਖਿਆ ਸੀ ਕਿ ਮੇਰੇ ਵਾਸਤੇ ਉਹ ਇੱਕ ਅਕਾਲ ਪੁਰਖ ਪਰਮਾਤਮਾ ਹੀ ਸ਼ਿਵ ਹੈ, ਉਹੀ ਮੇਰੇ ਵਾਸਤੇ ਮੇਰਾ ਬ੍ਰਹਮਾ, ਉਹੀ ਮੇਰੇ ਵਾਸਤੇ ਮੇਰਾ ਵਿਸ਼ਨੂੰ ਹੈ। ਇੱਥੋਂ ਤੱਕ ਗੁਰਬਾਣੀ ਦੇ ਵਿੱਚ 27 ਨੰਬਰ ਪੌੜੀ ਦੀ ਗੱਲ ਕਰੀਏ ਜਾਂ ਸੋਦਰ ਪਾਵਨ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਉੱਥੇ ਮਹਾਰਾਜ ਨੇ ਆਖਿਆ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੇਂ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਉੱਥੇ ਸਾਰੇ ਦੇਵੀ ਦੇਵਤਿਆਂ ਦੀ ਗੱਲ ਕੀਤੀ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਇੰਦਰ ਦੇਵਤੇ, ਦੇਵੀ ਦੇਵਤੇ, ਜੋਗੀ, ਕੁਝ ਕੋਟੀ ਦੇ ਵਿਦਵਾਨ ਉਸ ਪਰਮਾਤਮਾ ਦੇ ਨਾਮ ਨੂੰ ਆਰਾਧ ਰਹੇ ਨੇ। ਫਿਰ ਇਨਸਾਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਹ ਪਵਿੱਤਰ ਬੋਲ ਤੈਂ ਕਾਹੇ ਬਿਸਰਾ ਹੈ। ਜਦੋਂ ਪੇੜ ਪੌਦੇ, ਪੰਛੀ, ਦੇਵੀ ਦੇਵਤੇ, ਉਹ ਸਭ ਇਨਸਾਨ ਉਸ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕਰ ਰਹੇ ਨੇ, ਉਸ ਪਰਮਾਤਮਾ ਨੂੰ ਧਿਆ ਰਹੇ ਨੇ, ਪਰ ਇਸ ਇਨਸਾਨ ਨੇ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੈ, ਇਨਸਾਨ ਤੋਂ ਕਿਉਂ ਭੁਲਾ ਕੇ ਬੈਠਿਆ ਹੈ। ਗਾਵੇਂ ਈਸ਼ਰ ਬ੍ਰਹਮਾ ਇੰਦਰ, ਉਹ ਵੀ ਗਾ ਰਹੇ। ਹੁਣ ਮਹਾਰਾਜ ਕਹਿੰਦੇ ਸੁਣੀਏ ਈਸ਼ਰ ਬ੍ਰਹਮਾ ਇੰਦਰ, ਉਹ ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣੇਗਾ, ਆਰਾਧੇਗਾ, ਸ਼ਿਵ ਜੀ ਬਾਰੇ, ਬ੍ਰਹਮਾ ਬਾਰੇ, ਇੰਦਰ ਦੇਵਤੇ ਬਾਰੇ, ਉਸ ਪਰਮਾਤਮਾ ਦੇ ਨਾਮ ਨੂੰ ਸੁਣ ਲੈਂਦਾ ਹੈ, ਉਸ ਨੂੰ ਆਰਾਧ ਲੈਂਦਾ ਹੈ। ਸੁਣੀਏ ਈਸ਼ਰ ਬ੍ਰਹਮਾ ਇੰਦਰ, ਸੁਣੀਏ ਮੁਖ ਸਾਲਾਹਣ ਮੰਦ। ਇੱਕ ਮੰਦਾ ਇਨਸਾਨ ਵੀ, ਜੋ ਇਨਸਾਨ ਔਗੁਣਾਂ ਦੇ ਨਾਲ ਭਰਿਆ ਹੋਇਆ ਹੈ, ਜਦੋਂ ਉਹ ਰੱਬ ਦੀ ਸ਼ਰਨ ਦੇ ਵਿੱਚ ਬੈਠਦਾ ਹੈ, ਉਹ ਵੀ ਸਿਫਤ ਸਲਾਹ ਦੇ ਗੀਤ ਗਾਉਣ ਲੱਗ ਪੈਂਦਾ। ਉਦਾਹਰਣ ਦੇ ਤੌਰ ਤੇ ਸਮਝਣ ਦਾ ਯਤਨ ਕਰੀਏ, ਇੱਕ ਚੋਰ ਇਸ ਦੁਨੀਆ ਦੇ ਵਿੱਚ ਚੋਰੀ ਕਰਦਾ ਫਿਰਦਾ ਹੈ, ਆਪਣੇ ਪਰਿਵਾਰ ਦਾ ਤੇ ਆਪਣਾ ਢਿੱਡ ਪਾਲਦਾ। ਹੋਇਆ ਕਿ ਇੱਕ ਵਾਰ ਚੋਰੀ ਕਰਕੇ ਨਿਕਲਿਆ ਤੇ ਪਿੰਡ ਦੇ ਲੋਕ ਉਹਦੇ ਪਿੱਛੇ, ਉਹਦੇ ਮਗਰ ਤੁਰ ਪਏ। ਉਸ ਨੂੰ ਛਿਪਣ ਵਾਸਤੇ ਕੋਈ ਥਾਂ ਨਾ ਮਿਲੀ, ਗੁਰਦੁਆਰੇ ਦੇ ਵਿੱਚ ਆ ਕੇ ਬੈਠ ਗਿਆ ਤੇ ਭਾਈ ਸਾਹਿਬ ਨੇ ਅੱਗੋਂ ਪਾਠ ਕਰਿਆ, ਸਹਿਜ ਪਾਠ ਜਾਂ ਸ਼੍ਰੀ ਅਖੰਡ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ। ਪੰਕਤੀ ਆਈ, ਚੋਰ ਕੀ ਹਮਾ ਭਰੇ ਨਾ ਕੋਈ। ਜਦੋਂ ਉਹ ਪੰਕਤੀ ਉਹਦੇ ਦਿਲ ਦੇ ਅੰਦਰ ਗਈ, ਉਹ ਸੋਚਣ ਤੇ ਮਜਬੂਰ ਹੋਇਆ, ਉਹ ਪੰਕਤੀ ਉਹਦੇ ਮਨ ਨੂੰ ਛੂ ਗਈ ਕਿ ਮੈਂ ਤੇ ਰੋਜ਼ ਚੋਰੀ ਕਰਕੇ ਆਪਣੇ ਢਿੱਡ ਪਾਲਦਾ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ, ਪਰ ਮਹਾਰਾਜ ਕਹਿੰਦੇ ਚੋਰ ਕੀ ਹਮਾ ਭਰੇ ਨਾ ਕੋਈ। ਇਹ ਤੇਰੀ ਹਮਾ ਕਿਸੇ ਨੇ ਨਹੀਂ ਭਰਨੀ ਭਾਈ। ਘਰ ਗਿਆ, ਘਰ ਜਾ ਕੇ ਪਤਨੀ ਨੂੰ ਪੁੱਛਿਆ,
ਜੇਕਰ ਮੇਰੇ ਤੇ ਮੁਕੱਦਮਾ ਚੱਲੇ ਜਾਂ ਮੈਂ ਚੋਰੀ ਕਰਦਾ ਫੜਿਆ ਗਿਆ, ਤੁਸੀਂ ਮੇਰਾ ਸਾਥ ਨਿਭਾਓਗੇ? ਪਤਨੀ ਨੇ ਸਾਫ਼ ਇਨਕਾਰ ਕਰ ਦਿੱਤਾ। ਢਿੱਡ ਪਾਲਣਾ ਹੈ ਬੱਚਿਆਂ ਦਾ, ਤੂੰ ਹੱਕ ਦੀ ਕਮਾਈ ਵੀ ਕਰ ਸਕਦਾ ਹੈ। ਮਾਤਾ ਦੇ ਕੋਲ ਗਿਆ, ਪਿਤਾ ਦੇ ਕੋਲ ਗਿਆ, ਬੱਚਿਆਂ ਨੂੰ ਪੁੱਛਿਆ, ਕਿਸੇ ਨੇ ਹਾਮਾ ਨਹੀਂ ਭਰੀ। ਫਿਰ ਪੰਕਤੀ ਯਾਦ ਆਈ ਕਿ ਵਾਕਈ ਮਹਾਰਾਜ ਜੀ ਨੇ ਸੱਚ ਆਖਿਆ ਸੀ। ਭਾਵ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਸੀ, ਜਿਹੜਾ ਕਦੇ ਰੱਬ ਨੂੰ ਧਿਆਉਂਦਾ ਹੀ ਨਹੀਂ ਸੀ, ਅੱਜ ਉਹ ਚੋਰ ਵੀ ਆਪਣੀ ਜ਼ਬਾਨ ਤੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਲਿਆ। ਚੋਰੀ ਨੂੰ ਛੱਡਦਿਆਂ ਹੋਇਆ ਉਸ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਦੇ ਨਾਲ ਜੁੜ ਗਿਆ। ਸੁਣੀਏ ਮੁਖ ਸਾਲਾਹਣ ਮੰਦਰ, ਸੁਣੀਏ ਜੋਗ ਜੁਗਤ ਤਨ ਭੇਦ। ਜਦੋਂ ਜੋਗ ਮਤ ਦੇ ਵਿੱਚ ਝਾਤ ਮਾਰਦੇ ਹਾਂ, ਜੋਗ ਮਤ ਦੇ ਅੰਦਰ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਉਸ ਪਰਮਾਤਮਾ ਦੀ ਭਾਲਣਾ ਕੀਤੀ ਜਾਂਦੀ ਹੈ। ਕੋਈ ਆਪਣੇ ਸਰੀਰ ਨੂੰ ਅੱਗ ਨਾਲ ਤਪਾਉਂਦਾ ਹੈ, ਕੋਈ ਪਾਣੀ ਦੇ ਵਿੱਚ ਬੈਠਦਾ ਹੈ, ਕੋਈ ਪੁੱਠਾ ਲਟਕਦਾ ਹੈ। ਬਹੁਤ ਜੇ ਤਪ ਕੀਤੇ ਜਾਂਦੇ ਨੇ, ਉਹਨਾਂ ਦਾ ਮੰਨਣਾ ਹੈ ਕਿ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਰਹੇ ਹਾਂ। ਜਦੋਂ ਜੋਗ ਮਤ ਦੀ ਗੱਲ ਕਰਦੇ ਹਾਂ, ਇਹਨਾਂ ਦੇ ਵਿੱਚੋਂ 12 ਫਿਰਕੇ ਮੰਨੇ ਜਾਂਦੇ ਨੇ, 12 ਪੰਥ ਨੇ। ਜਿਹੜਾ ਆਈ ਪੰਥ ਹੈ ਇਹ ਬਹੁਤ ਪ੍ਰਚਲਿਤ ਹੈ। ਜਿੱਥੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਜਪ ਗੁਰਬਾਣੀ ਦੇ ਵਿੱਚ ਆਖਿਆ ਸੀ, ਆਈ ਪੰਥੀ ਸਗਲ ਜਮਾਤੀ ਮੰਜਿਤੈ ਜਗਜੀਤ। ਉਹਨਾਂ 12 ਪੰਥਾਂ ਦੇ ਵਿੱਚੋਂ ਆਈ ਪੰਥ ਬੜਾ ਪ੍ਰਚਲਿਤ ਹੈ, ਉਹਦਾ ਜ਼ਿਕਰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕੀਤਾ। ਹੁਣ ਇਹ 12 ਪੰਥ ਨੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਦੀ ਭਾਲ ਕਰ ਰਹੇ ਨੇ। ਪਰ ਮਹਾਰਾਜ ਜੀ ਨੇ ਆਖਿਆ, ਸੁਣੀਏ ਜੋਗ ਜੁਗਤ ਤਨ ਭੇਦ। ਇਹ ਗੱਲ ਹਕੀਕਤ ਹੈ ਕਿ ਸਰੀਰ ਨੂੰ ਕਸ਼ਟ ਦੇ ਕੇ ਤੂੰ ਉਸ ਰੱਬ ਦੀ ਭਾਲ ਨਹੀਂ ਕਰ ਸਕਦਾ, ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਸੁਣੇਗਾ, ਗੁਰਬਾਣੀ ਪੜ੍ਹੇਗਾ, ਵਿਚਾਰੇਗਾ, ਤਾਂ ਇਹ ਗੱਲ ਤੈਨੂੰ ਸਪਸ਼ਟ ਹੋ ਜਾਣੀ ਹੈ ਕਿ ਨਹੀਂ ਭਾਈ, ਇਹ ਜਿਹੜੇ ਸਰੀਰ ਨੂੰ ਕਸ਼ਟ ਦੇ ਕੇ ਰੱਬ ਦੀ ਭਾਲ ਕਰ ਰਹੇ ਨੇ, ਇਸ ਤਰ੍ਹਾਂ ਰੱਬ ਕਦੇ ਵੀ ਖੁਸ਼ ਨਹੀਂ ਹੁੰਦਾ ਜੀ। ਸੁਣੀਏ ਜੋਗ ਜੁਗਤ ਤਨ ਭੇਦ, ਸੁਣੀਏ ਸ਼ਾਸਤ ਸਿਮਰਤ ਵੇਦ। ਹਿੰਦੂ ਮਤ ਦੀ ਗੱਲ ਕੀਤੀ ਮਹਾਰਾਜ ਜੀ ਨੇ ਆਖਿਆ, 4 ਵੇਦ, 6 ਸ਼ਾਸਤਰ, 12 ਉਪਨਿਸ਼ਦ, 18 ਪੁਰਾਣ ਤੇ 27 ਸਿਮਰਤੀਆਂ ਦੀ ਜਦੋਂ ਗੱਲ ਆਉਂਦੀ ਹੈ, ਇਹ ਹਿੰਦੂ ਧਰਮ ਦੇ ਪ੍ਰਚਲਿਤ ਗ੍ਰੰਥ, ਧਾਰਮਿਕ ਪੁਸਤਕਾਂ ਨੇ। ਉਹਦੇ ਵਿੱਚ ਸਾਸ, ਸਿਮਰਤੀਆਂ, ਵੇਦ, ਇਹ ਪੁਰਾਣ ਸਭ ਕੁਝ ਆ ਜਾਂਦਾ ਹੈ। ਇਨਸਾਨ ਜੇਕਰ ਇਹਨਾਂ ਨੂੰ ਉੱਤੇ ਪੜ੍ਹੀ ਜਾ ਰਿਹਾ ਤੇ ਪੜਿਆ ਹੋਏ ਦਾ ਫਾਇਦਾ ਕੋਈ ਨਹੀਂ ਹੈ ਜਦੋਂ ਤੱਕ ਪੜਿਆ ਹੋਇਆ ਆਪਣੀ ਜ਼ਿੰਦਗੀ ਦੇ ਅੰਦਰ ਲੈ ਕੇ ਨਹੀਂ ਆਏ। ਜਿੱਥੇ ਮਹਾਰਾਜ ਆਸਾ ਦੀ ਵਾਰ ਦੇ ਵਿੱਚ ਕਹਿੰਦੇ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਹ। ਭਾਈ ਤੇਰਾ ਪੜਨ ਦਾ ਫਾਇਦਾ ਕੀ? ਤੂੰ ਰੱਟਾ ਮਾਰ ਕੇ ਉਸ ਪੜੇ ਹੋਏ ਨੂੰ ਪੇਪਰ ਦੇ ਵਿੱਚ ਲਿਖ ਕੇ ਆ ਸਕਦਾ ਹੈ, ਚੰਗੇ ਨੰਬਰਾਂ ਦੇ ਨਾਲ ਰਿਜ਼ਲਟ ਹਾਸਲ ਕਰ ਸਕਦਾ ਹੈ। ਪਰ ਜੋ ਤੂੰ ਪੇਪਰ ਦੇ ਵਿੱਚ ਲਿਖ ਕੇ ਆਇਆ, ਵਾਕਈ ਤੇਰੀ ਆਪਦੀ ਜ਼ਿੰਦਗੀ ਦੇ ਅੰਦਰ ਹੈ? ਤੂੰ ਆਪਣੀ ਜ਼ਿੰਦਗੀ ਦੇ ਅੰਦਰ ਉਸ ਪੜੇ ਹੋਏ ਨੂੰ ਕਮਾ ਰਿਹਾ ਅਤੇ ਤੇਰਾ ਪੜਿਆ ਹੋਇਆ ਵੀ ਬੇਕਾਰ ਹੈ। ਘੱਟ ਪੜ, ਪਰ ਜੋ ਪੜਿਆ ਉਸ ਪੜੇ ਹੋਏ ਨੂੰ ਵਿਚਾਰ। ਇਹੀ ਸੀ ਸਹਿਜ ਪਾਠ ਦਾ ਅਰਥ ਜੀ, ਕਿ ਭਾਵੇਂ ਅਸੀਂ 1 ਅੰਕ 2 ਅੰਕ ਜਿੰਨੇ ਵੀ ਸਾਡੇ ਤੋਂ ਹੁੰਦੇ ਨੇ, ਘੱਟ ਤੋਂ ਘੱਟ ਪੜਿਆ ਜਾਵੇ, ਪਰ ਉਸ ਗੱਲ ਨੂੰ ਸਮਝੀਏ ਕਿ ਮਹਾਰਾਜ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ। ਹੁਣ ਸੁਣੀਏ ਸਿਮਰਤ ਸ਼ਾਸਤ ਵੇਦ। ਇਨਸਾਨ ਇਹਨਾਂ ਦੀ ਅਸਲ ਸੱਚਾਈ ਬਾਰੇ ਮਹਾਰਾਜ ਅਸਲ ਦੇ ਵਿੱਚ ਸਮਝਾਉਣਾ ਕੀ ਚਾਹੁੰਦੇ ਨੇ। ਜਿਨ੍ਹਾਂ ਨੇ ਇਹ ਵੇਦ ਗ੍ਰੰਥ ਲਿਖੇ ਹਨ, ਉਹਨਾਂ ਦਾ ਮਕਸਦ ਕੀ ਹੈ ਲਿਖਣ ਦਾ? ਇਨਸਾਨ ਜੇਕਰ ਇਹਨਾਂ ਨੂੰ ਪੜ੍ਹੇਗਾ ਤਾਂ ਹੀ ਵਿਚਾਰ ਸਮਝ ਲੱਗੇਗੀ। ਨਾਨਕ ਭਗਤਾਂ ਸਦਾ ਵਿਗਾਸ। ਫਿਰ ਅਖੀਰਲੀ ਪੰਕਤੀ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ, ਭਗਤਾਂ ਦੇ ਚਿਹਰੇ ਤੇ ਹਮੇਸ਼ਾ ਖਿੜਾਵ ਰਹਿੰਦਾ ਹੈ, ਖੁਸ਼ੀ ਬਣੀ ਰਹਿੰਦੀ ਹੈ, ਆਨੰਦ ਰਹਿੰਦਾ ਹੈ। ਸੁਣੀਏ ਦੁੱਖ ਪਾਪ ਕਾ ਨਾਸ, ਤੇ ਦੁੱਖਾਂ ਦਾ ਖਾਤਮਾ ਕਰ ਲੈਂਦਾ ਹੈ। ਉਹ ਹਮੇਸ਼ਾ ਉਸ ਪਰਮਾਤਮਾ ਦੀ ਭਗਤੀ ਦੇ ਨਾਲ ਜੁੜ ਜਾਂਦਾ ਹੈ। ਦੇਖੋ ਸੁਣਨ ਦੇ ਨਾਲ ਕੀ ਕੀ ਹੋ ਰਿਹਾ। ਪਹਿਲੀ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਆਖਿਆ ਸੀ ਕਿ ਭਾਈ ਸੁਣਨ ਦੇ ਨਾਲ ਇਨਸਾਨ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਫਿਰ ਇਹ ਜਿਹੜੇ ਈਸ਼ਰ ਬ੍ਰਹਮਾ ਦੇਵੀ ਦੇਵਤੇ ਜੋਗ ਜੋਗੀ, ਇੱਕ ਮਾੜਾ ਬੋਲਣ ਵਾਲਾ ਇਨਸਾਨ ਵੀ ਰੱਬ ਦੀ ਭਗਤੀ ਕਰ ਰਿਹਾ। ਇਹ ਸਭ ਕੁਝ ਹੋ ਰਿਹਾ ਸੁਣਨ ਦੇ ਨਾਲ। ਗੁਰਬਾਣੀ ਨੂੰ ਸੁਣ,
ਗੁਰਬਾਣੀ ਨੂੰ ਪੜ੍ਹ, ਉਸ ਪੜ੍ਹੇ ਹੋਏ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਲੈ ਕੇ ਆ, ਤੇਰੀ ਜ਼ਿੰਦਗੀ ਵੀ ਬਦਲਣ ਵਾਲੀ।